ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਸਾਡੇ ਪੇਂਡੂ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਸ਼ੁਰੂ ਕਰਦੇ ਹਾਂ ਜੀ। ਮੇਰੇ ਪਿਤਾ ਜੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸਨ ਤੇ ਮਾਂ ਨੂੰ ਵੀ ਨੌਕਰੀ ਕਰਨ ਦਾ ਬਹੁਤ ਸ਼ੌਂਕ ਸੀ, ਪਰ ਪਿਤਾ ਜੀ ਨੇ ਉਸ ਨੂੰ ਨੌਕਰੀ ਨਹੀਂ ਕਰਨ ਦਿੱਤੀ। ਪਾਪਾ ਨੇ ਉਸ ਦੀ ਖੂਬਸੂਰਤੀ ਕਾਰਨ ਉਸ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ। ਮੇਰੀ ਮਾਂ ਨੇ ਮੇਰੇ ਪਿਤਾ ਨਾਲੋਂ ਵੱਧ ਸਿੱਖਿਆ ਪ੍ਰਾਪਤ ਕੀਤੀ ਸੀ। ਉਹ ਕਹਿੰਦੀ ਸੀ ਕਿ ਤੇਰਾ ਬਾਪ ਮੇਰੀ ਕਾਬਲੀਅਤ ਤੋਂ ਈਰਖਾ ਕਰਦਾ ਹੈ, ਇਸ ਲਈ ਉਹ ਮੈਨੂੰ ਨੌਕਰੀ ਨਹੀਂ ਕਰਨ ਦਿੰਦਾ। ਇਸ ਕਾਰਨ ਦੋਵਾਂ ਵਿਚਾਲੇ ਹਮੇਸ਼ਾ ਲੜਾਈ ਰਹਿੰਦੀ। ਮਾਂ ਦੀਆਂ ਗੱਲਾਂ ਵਿੱਚ ਜ਼ਿਆਦਾ ਦਖਲਅੰਦਾਜ਼ੀ ਉਸ ਦੀਆਂ ਸਹੇਲੀਆਂ ਦਿੰਦੀਆਂ ਸਨ, ਜੋ ਹਰ ਸਮੇਂ ਆਪਣੀਆਂ ਮਹਿੰਗੀਆਂ ਚੀਜ਼ਾਂ ਵਿਖਾਉਂਦੀਆਂ। ਮਾਂ ਦੇ ਅੰਦਰ ਵੀ ਇੰਨੀਆਂ ਮਹਿੰਗੀਆਂ ਚੀਜ਼ਾਂ ਵਰਤਣ ਦੀ ਇੱਛਾ ਪੈਦਾ ਹੁੰਦੀ ਸੀ। ਉਹ ਆਪਣੀ ਗਰੀਬੀ ਨੂੰ ਬਹੁਤ ਵੱਡੀ ਸਮੱਸਿਆ ਸਮਝਦੀ ਸੀ। ਭਾਵੇਂ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਪਾਪਾ ਇੰਨੀ ਕਮਾਈ ਕਰਦੇ ਸਨ ਕਿ ਘਰ ਦਾ ਖਰਚਾ ਬਹੁਤ ਵਧੀਆ ਢੰਗ ਨਾਲ ਪੂਰਾ ਹੋ ਜਾਂਦਾ ਸੀ। ਮੇਰੇ ਜਨਮ ਤੋਂ ਦੋਵੇਂ ਬਹੁਤ ਖੁਸ਼ ਸਨ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਧੀ ਅਪਾਹਿਜ ਹੈ ਤਾਂ ਉਹਨਾਂ ਨੇ ਇਸ ਲਈ ਇੱਕ ਦੂਜੇ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ, ਕਿਉਂਕਿ ਉਹ ਇੱਕ ਸਿਹਤਮੰਦ ਬੱਚਾ ਚਾਹੁੰਦੇ ਸਨ। ਮੰਮੀ ਨੂੰ ਇਹ ਗੱਲ ਆਪਣੀਆਂ ਸਹੇਲੀਆਂ ਦੇ ਸਾਹਮਣੇ ਦੱਸਦਿਆਂ ਸ਼ਰਮ ਆਉਂਦੀ ਸੀ ਕਿ ਉਸ ਦੀ ਧੀ ਅਪਾਹਿਜ ਹੈ। ਪਾਪਾ ਵੈਸੇ ਵੀ ਮੈਨੂੰ ਬੋਝ ਸਮਝਦੇ ਸਨ। ਮੈਂ ਸਾਰਾ ਦਿਨ ਇਕੱਲੀ ਬੈਠ ਕੇ ਰੋਂਦੀ ਰਹਿੰਦੀ। ਮੇਰੀ ਦਾਦੀ ਹੀ ਸੀ ਜੋ ਮੇਰੀ ਦੇਖਭਾਲ ਕਰਦੀ ਸੀ, ਮੇਰੇ ਕੋਲ ਬੈਠੀ ਰਹਿੰਦੀ ਸੀ। ਇਸੇ ਤਰ੍ਹਾਂ ਹੀ ਮੈਂ 12 ਸਾਲ ਦੀ ਹੋ ਗਈ। ਮੈਨੂੰ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਮੈਂ ਤਾਂ ਮੰਮੀ ਡੈਡੀ ਦੀ ਲੜਾਈ ਦੇਖਣ ਵਾਸਤੇ ਹੀ ਇਸ ਦੁਨੀਆ 'ਤੇ ਆਈ ਸੀ। ਮੈਨੂੰ ਆਪਣੀ ਮਾਂ ਦੀ ਬੇਮਿਸਾਲ ਸੁੰਦਰਤਾ ਵਿਰਸੇ ਵਿੱਚ ਹੀ ਮਿਲੀ ਸੀ, ਪਰ ਅਜਿਹੀ ਸੁੰਦਰਤਾ ਦਾ ਕੀ ਫਾਇਦਾ ਜਦੋਂ ਮੈਨੂੰ ਕਿਸੇ ਨੇ ਪਿਆਰ ਹੀ ਨਹੀਂ ਕੀਤਾ। ਰੱਬ ਨੇ ਮੈਨੂੰ ਸੁੰਦਰਤਾ ਹੀ ਦਿੱਤੀ ਸੀ, ਪਰ ਮੈਨੂੰ ਚੱਲਣ ਲਈ ਲੱਤਾਂ ਨਹੀਂ ਦਿੱਤੀਆਂ। ਜਦੋਂ ਤੁਹਾਨੂੰ ਬੋਝ ਸਮਝਿਆ ਜਾਂਦਾ ਹੈ ਤਾਂ ਤੁਹਾਡੇ ਅੰਦਰ ਦੀ ਹਰ ਚੀਜ਼ ਕਮੀ ਵਿੱਚ ਬਦਲ ਜਾਂਦੀ ਹੈ। ਪਰ ਪਾਪਾ ਕਹਿੰਦੇ ਸਨ ਕਿ ਪਤਾ ਨਹੀਂ ਇਹ ਕਿਸ ਨਾਮ ਦੀ ਸਜ਼ਾ ਹੈ ਸਾਨੂੰ ਇਸ ਅਪਾਹਿਜ ਕੁੜੀ ਨੇ ਦਿੱਤੀ। ਹਾਲਾਂਕਿ ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ। ਪਿਤਾ ਜੀ ਹੋਰ ਔਲਾਦ ਨਹੀਂ ਸੀ ਚਾਹੁੰਦੇ। ਮੈਨੂੰ ਦੇਖ ਕੇ ਉਹ ਕਹਿੰਦੇ ਸਨ ਕਿ ਬਹੁਤ ਸੋਹਣੀ ਕੁੜੀ ਹੈ, ਕਾਸ਼ ਆਪਣੀਆਂ ਲੱਤਾਂ 'ਤੇ ਚੱਲ ਸਕਦੀ। ਹੁਣ ਕੌਣ ਇਸ ਦਾ ਵਿਆਹ ਕਰਵਾਏਗਾ? ਹਮੇਸ਼ਾ ਸਾਡੀ ਜ਼ਿੰਦਗੀ ਵਿੱਚ ਬੋਝ ਬਣ ਕੇ ਰਹੇਗੀ। ਮੇਰਾ ਦਿਲ ਚਾਹੁੰਦਾ ਸੀ ਕਿ ਮੇਰੇ ਮਾਪੇ ਮੈਨੂੰ ਪਿਆਰ ਕਰਨ, ਪਰ ਉਹ ਮੇਰੇ ਵੱਲ ਵੇਖਣ ਨੂੰ ਵੀ ਤਿਆਰ ਨਹੀਂ ਸਨ। ਉਹ ਆਪਸ ਵਿੱਚ ਲੜਦੇ ਰਹਿੰਦੇ ਅਤੇ ਇੱਕ ਦੂਜੇ ਤੋਂ ਵੱਖ ਹੋਣਾ ਚਾਹੁੰਦੇ ਸੀ। ਮੰਮੀ ਡੈਡੀ ਨੂੰ ਕਹਿੰਦੀ ਸੀ ਕਿ ਮੈਨੂੰ ਤਲਾਕ ਦੇ ਦਿਓ, ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ। ਪਰ ਸਭ ਤੋਂ ਵੱਡਾ ਕਾਰਨ ਮੈਂ ਸੀ। ਉਹ ਮੈਨੂੰ ਅਨਾਥ ਆਸ਼ਰਮ ਵਿੱਚ ਛੱਡਣਾ ਚਾਹੁੰਦੇ ਸਨ, ਪਰ ਦਾਦੀ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਫਿਰ ਅਚਾਨਕ ਦਾਦੀ ਜੀ ਬਿਮਾਰ ਰਹਿਣ ਲੱਗ ਗਏ। ਕਿਸੇ ਨੇ ਮੈਨੂੰ ਪੁੱਛਿਆ ਤੱਕ ਨਹੀਂ। ਉਸ ਦਾ ਇਲਾਜ ਵੀ ਕਿਸੇ ਨਾ ਕਿਸੇ ਤਰ੍ਹਾਂ ਚੱਲ ਰਿਹਾ ਸੀ ਅਤੇ ਇਸ ਬਿਮਾਰੀ ਦੌਰਾਨ ਹੀ ਦਾਦੀ ਜੀ 1 ਮਹੀਨੇ ਬਾਅਦ ਸਦਾ ਲਈ ਰੱਬ ਨੂੰ ਪਿਆਰੇ ਹੋ ਗਏ। ਮੈਂ ਬਹੁਤ ਰੋਂਦੀ ਕਿ ਰੱਬ ਮੈਨੂੰ ਵੀ ਆਪਣੇ ਕੋਲ ਬੁਲਾ ਲਵੇ। ਦਾਦੀ ਦੀ ਮੌਤ ਨੂੰ ਅਜੇ ਕੁਝ ਦਿਨ ਹੀ ਹੋਏ ਸਨ ਜਦੋਂ ਮੰਮੀ ਡੈਡੀ ਦੀ ਲੜਾਈ ਹੋਰ ਵੱਧ ਗਈ। ਮੰਮੀ ਆਪਣਾ ਸਾਰਾ ਗੁੱਸਾ ਮੈਨੂੰ ਮਾਰ ਕੁੱਟ ਕੇ ਕੱਢ ਦਿੰਦੀ ਸੀ। ਉਸਨੇ ਮੈਨੂੰ ਕਦੇ ਡਾਕਟਰ ਨੂੰ ਵੀ ਨਹੀਂ ਦਿਖਾਇਆ, ਕੀ ਪਤਾ ਮੈਂ ਠੀਕ ਹੀ ਹੋ ਜਾਂਦੀ। ਮੰਮੀ ਨੇ ਡੈਡੀ ਦੀ ਗੈਰ ਹਾਜ਼ਰੀ ਵਿੱਚ ਕਿਸੇ ਬੰਦੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਅਤੇ ਮੰਮੀ ਨੇ ਮੈਨੂੰ ਸਖਤੀ ਨਾਲ ਮਨ੍ਹਾ ਕੀਤਾ ਸੀ ਮੈਂ ਕਿਸੇ ਨੂੰ ਨਾ ਦੱਸਾਂ। ਅਤੇ ਫਿਰ ਇੱਕ ਦਿਨ ਮੇਰੀ ਮੰਮੀ ਤੇ ਡੈਡੀ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਮੰਮੀ ਮੇਰੇ ਕੋਲ ਆਈ ਅਤੇ ਫਿਰ ਮੈਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਣ ਲੱਗੀ। ਮੈਂ ਹੈਰਾਨ ਸੀ ਕਿ ਮਾਂ ਨੂੰ ਕੀ ਹੋ ਗਿਆ। ਉਹ ਮੈਨੂੰ ਆਪਣੇ ਹੱਥਾਂ ਨਾਲ ਖਾਣਾ ਕਿਉਂ ਖਵਾ ਰਹੀ ਹੈ, ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਭੋਜਨ ਵਿੱਚ ਜ਼ਹਿਰ ਮਿਲਾਇਆ ਗਿਆ ਹੈ। ਖਾਣਾ ਖਾਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਅਤੇ ਮੇਰੇ ਮਾਤਾ ਪਿਤਾ ਨੇ ਸੋਚਿਆ ਕਿ ਮੈਂ ਮਰ ਗਈ ਹਾਂ। ਫਿਰ ਉਹ ਮੈਨੂੰ ਚੁੱਕ ਕੇ ਬਹੁਤ ਦੂਰ ਲੈ ਗਏ ਤੇ ਕਿਤੇ ਸੁੱਟ ਆਏ। ਉਸ ਸਮੇਂ ਮੇਰੀ ਉਮਰ 14 ਸਾਲ ਦੀ ਸੀ। ਮੈਂ ਸੁਣਿਆ ਸੀ ਕਿ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ, ਉਹ ਆਪਣੇ ਆਪ ਨੂੰ ਮੁਸੀਬਤ ਵਿੱਚ ਪਾਉਂਦੇ ਹਨ
ਆਪਣੇ ਬੱਚਿਆਂ ਦੀ ਹਰ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਬੱਚਿਆਂ ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੰਦੇ। ਪਰ ਮੈਨੂੰ ਜ਼ਹਿਰ ਦੇਣ ਵਾਲੇ ਮੇਰੇ ਮਾਪਿਆਂ ਦੇ ਹੱਥ ਕਿਉਂ ਨਹੀਂ ਕੰਬੇ? ਸ਼ਾਇਦ ਉਹਨਾਂ ਵਿੱਚੋਂ ਮਨੁੱਖਤਾ ਹੀ ਖਤਮ ਹੋ ਗਈ ਸੀ। ਉਹ ਆਪਣਾ ਰਾਹ ਅਲੱਗ ਕਰਨਾ ਚਾਹੁੰਦੇ ਸਨ ਅਤੇ ਮੈਂ ਉਹਨਾਂ ਦੇ ਰਾਹ ਵਿੱਚ ਰੁਕਾਵਟ ਬਣੀ ਹੋਈ ਸੀ। ਪਰ ਮੈਨੂੰ ਮਾਰਨ ਦੀ ਕੀ ਲੋੜ ਸੀ? ਉਹ ਮੈਨੂੰ ਕਿਸੇ ਅਨਾਥ ਆਸ਼ਰਮ ਵਿੱਚ ਸੁੱਟ ਦਿੰਦੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਅਸੀਂ ਇਸ ਨੂੰ ਮਾਰ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਬਚਾਉਣ ਵਾਲੇ ਨਾਲੋਂ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ। ਮੈਂ ਸੱਚਮੁੱਚ ਮਰ ਗਈ ਹੁੰਦੀ ਜੇਕਰ ਕਿਸੇ ਦਿਆਲੂ ਵਿਅਕਤੀ ਨੇ ਮੇਰੇ ਸਿਰ 'ਤੇ ਹੱਥ ਨਾ ਰੱਖਿਆ ਹੁੰਦਾ। ਮੈਂ ਬਹੁਤ ਹੈਰਾਨ ਹੋ ਗਈ। ਅੱਜ ਦੇ ਜ਼ਮਾਨੇ ਵਿੱਚ ਅਜਿਹਾ ਕੌਣ ਹੋ ਸਕਦਾ ਹੈ? ਜਦੋਂ ਮੇਰੇ ਮਾਤਾ ਪਿਤਾ ਨੇ ਮੈਨੂੰ ਮਰਨ ਲਈ ਛੱਡ ਗਏ, ਉਸ ਆਦਮੀ ਨੇ ਮੇਰੇ ਸਿਰ 'ਤੇ ਆਪਣਾ ਹੱਥ ਰੱਖਿਆ। ਉਸ ਨੇ ਮੈਨੂੰ ਮੇਰਾ ਨਾਂ ਪੁੱਛਿਆ ਕਿ ਤੂੰ ਕੌਣ ਹੈ? ਤੈਨੂੰ ਜ਼ਹਿਰ ਕਿਸ ਨੇ ਦਿੱਤਾ? ਮੈਂ ਕਿਹਾ ਕਿ ਮੇਰੇ ਮਾਪੇ ਮੇਰੇ ਅਪਾਹਿਜ ਹੋਣ ਕਾਰਨ ਮੇਰੇ ਤੋਂ ਨਫ਼ਰਤ ਕਰਦੇ ਸਨ ਤੇ ਮੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਮੈਨੂੰ ਜ਼ਹਿਰ ਦੇ ਦਿੱਤਾ। ਉਹ ਬੰਦਾ ਚੰਗਾ ਅਤੇ ਸੋਹਣਾ ਸੀ। ਉਸ ਦੀ ਉਮਰ ਵੀ ਬਹੁਤ ਜ਼ਿਆਦਾ ਨਹੀਂ ਸੀ, ਕਰੀਬ 25 ਤੋਂ 23 ਤੋਂ 24 ਸਾਲ ਦਾ ਨੌਜਵਾਨ ਲੜਕਾ ਸੀ। ਉਹ ਮੈਨੂੰ ਆਪਣੇ ਘਰ ਲੈ ਆਇਆ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਤੁਹਾਡੇ ਘਰ ਕੋਈ ਨਹੀਂ ਰਹਿੰਦਾ ਤਾਂ ਉਸਨੇ ਕਿਹਾ ਕਿ ਮੇਰਾ ਵੀ ਇਸ ਸੰਸਾਰ ਵਿੱਚ ਕੋਈ ਨਹੀਂ ਹੈ। ਉਸਨੇ ਕਿਹਾ ਕਿ ਤੁਸੀਂ ਇੱਥੇ ਰਹਿ ਸਕਦੇ ਹੋ। ਪਹਿਲਾਂ ਤਾਂ ਮੈਂ ਬਹੁਤ ਝਿਜਕਦੀ ਸੀ ਕਿ ਮੈਂ ਅਜਨਬੀ ਦੇ ਘਰ ਕਿਵੇਂ ਰਹਿ ਸਕਦੀ ਹਾਂ, ਪਰ ਉਦੋਂ ਮੇਰੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀ। ਜਦੋਂ ਮੈਂ ਉਸਨੂੰ ਕੋਈ ਕੰਮ ਦੇਣ ਲਈ ਕਿਹਾ ਤਾਂ ਉਸਨੇ ਹੱਸਦਿਆਂ ਹੋਇਆ ਕਿਹਾ ਕਿ ਤੁਸੀਂ ਇਸ ਦੁਨੀਆ ਵਿੱਚ ਕੰਮ ਕਰਨ ਲਈ ਨਹੀਂ ਆਏ। ਮੇਰੇ ਘਰ ਕੰਮ ਕਰਨ ਲਈ ਬਹੁਤ ਸਾਰੇ ਨੌਕਰ ਹਨ। ਫਿਰ ਉਹ ਮੇਰਾ ਖਿਆਲ ਰੱਖਣ ਲੱਗਾ। ਸਮਾਂ ਇਸ ਤਰ੍ਹਾਂ ਬੀਤਦਾ ਗਿਆ। ਮੈਂ 18 ਸਾਲ ਦੀ ਹੋ ਗਈ। ਮੈਂ ਹੌਲੀ ਹੌਲੀ ਉਸ ਨੂੰ ਪਸੰਦ ਕਰਨ ਲੱਗੀ। ਜਿਸ ਤਰੀਕੇ ਨਾਲ ਉਹ ਮੇਰੀ ਦੇਖਭਾਲ ਕਰਦਾ ਸੀ, ਮੇਰੇ ਦਿਲ ਵਿੱਚ ਉਸ ਲਈ ਪਿਆਰ ਵਧਣ ਲੱਗਾ। ਪਰ ਮੈਂ ਕਦੇ ਇਹ ਨਹੀਂ ਕਿਹਾ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਤੇ ਉਸ ਵਿੱਚ ਕੋਈ ਸਬੰਧ ਨਹੀਂ ਹੈ। ਫਿਰ ਅਚਾਨਕ ਇੱਕ ਦਿਨ ਉਸਨੇ ਖੁਦ ਹੀ ਵਿਆਹ ਲਈ ਕਹਿ ਦਿੱਤਾ। ਮੈਂ ਹੈਰਾਨ ਸੀ ਕਿ ਉਸ ਵਰਗਾ ਬੰਦਾ ਮੇਰੇ ਨਾਲ ਵਿਆਹ ਕਿਉਂ ਕਰੇਗਾ। ਪਰ ਇਸ ਸੱਚਾਈ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ। ਮੈਂ ਵੀ ਉਸ 'ਤੇ ਵਿਸ਼ਵਾਸ ਕੀਤਾ। ਉਸ ਸਮੇਂ ਉਸ ਦੀਆਂ ਅੱਖਾਂ ਵਿੱਚ ਪਿਆਰ ਦੀ ਚਮਕ ਦਿਖਾਈ ਦੇ ਰਹੀ ਸੀ ਅਤੇ ਫਿਰ ਉਸਨੇ ਮੈਨੂੰ ਬਹੁਤ ਸਾਰੀ ਸ਼ਾਪਿੰਗ ਕਰਵਾਈ ਤੇ ਘੁਮਾਇਆ ਫਿਰਾਇਆ ਅਤੇ ਫਿਰ ਇੱਕ ਦਿਨ ਉਸਨੇ ਮੇਰੇ ਨਾਲ ਵਿਆਹ ਕਰਵਾ ਲਿਆ। ਇਹ ਸਭ ਕੁਝ ਮੈਨੂੰ ਸੁਪਨੇ ਵਾਂਗ ਲੱਗ ਰਿਹਾ ਸੀ। ਰੱਬ ਨੇ ਮੇਰੀ ਕਿਸਮਤ ਵਿੱਚ ਇੰਨੀਆਂ ਖੁਸ਼ੀਆਂ ਲਿਖੀਆਂ ਸਨ, ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਮੈਂ ਉਸ ਨਾਲ ਬਹੁਤ ਖੁਸ਼ ਸੀ। ਹੁਣ ਮੈਂ ਉਸ ਦੇ ਘਰ ਦੀ ਮਾਲਕਣ ਬਣ ਚੁੱਕੀ ਸੀ। ਮੈਨੂੰ ਦੁਨੀਆ ਵਿੱਚ ਸਹਾਰਾ ਮਿਲ ਗਿਆ। ਮੇਰੇ ਰੱਬ ਨੇ ਮੈਨੂੰ ਅੰਗਹੀਣ ਨੂੰ ਇੱਕ ਚੰਗਾ ਸਾਥੀ ਦਿੱਤਾ। ਉਸ ਦਾ ਨਾਮ ਅਸ਼ੋਕ ਸੀ। ਉਹ ਹਰ ਰੋਜ਼ ਕੰਮ ਤੋਂ ਵਾਪਸ ਆਉਣ 'ਤੇ ਮੇਰੇ ਲਈ ਤਾਜ਼ੇ ਗੁਲਾਬ ਲੈ ਕੇ ਆਉਂਦਾ। ਮੈਨੂੰ ਘਰ ਦਾ ਕੋਈ ਕੰਮ ਨਹੀਂ ਕਰਨ ਦਿੰਦਾ। ਮੈਂ ਹਰ ਰੋਜ਼ ਉਸ ਲਈ ਤਿਆਰ ਹੁੰਦੀ ਸੀ। ਉਸ ਨੇ ਮੈਨੂੰ ਦੱਸਿਆ ਕਿ ਮੇਰਾ ਬਹੁਤ ਵੱਡਾ ਕਾਰੋਬਾਰ ਹੈ, ਮੈਂ ਬਹੁਤ ਅਮੀਰ ਹਾਂ। ਉਹ ਮੈਨੂੰ ਆਪਣੇ ਨਾਲ ਲੈ ਜਾਂਦਾ ਅਤੇ ਕਦੇ ਵੀ ਸ਼ਰਮ ਮਹਿਸੂਸ ਨਾ ਕਰਦਾ। ਮੈਂ ਉਸ ਨਾਲ ਹਰ ਪਾਰਟੀ ਵਿੱਚ ਜਾਂਦੀ ਸੀ। ਉਸ ਦੇ ਸਾਰੇ ਦੋਸਤ ਹੈਰਾਨ ਸਨ ਕਿ ਇੰਨੇ ਸੁੰਦਰ ਲੜਕੇ ਨੇ ਇੱਕ ਅਪਾਹਿਜ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਮੈਂ ਵੀ ਕਿਸੇ ਤੋਂ ਘੱਟ ਸੋਹਣੀ ਨਹੀਂ ਸੀ। ਪਰ ਕਿਹਾ ਜਾਂਦਾ ਹੈ ਕਿ ਖੁਸ਼ੀਆਂ ਦੀ ਉਮਰ ਥੋੜ੍ਹੀ ਹੁੰਦੀ ਹੈ, ਕਿਸੇ ਨਾ ਕਿਸੇ ਦੀ ਨਜ਼ਰ ਲੱਗ ਹੀ ਜਾਂਦੀ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਸੀ ਕਿ ਮੇਰੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਅਸ਼ੋਕ ਤੇ ਮੈਂ ਇੱਕ ਦੂਜੇ ਲਈ ਕਾਫੀ ਸੀ। ਇੱਕ ਦਿਨ ਨੌਕਰਾਣੀ ਖਾਣਾ ਦੇਣ ਆਈ ਤੇ ਕਹਿਣ ਲੱਗੀ, ਮੈਡਮ ਜੀ, ਇਹ ਸਭ ਕੁਝ ਮੇਰੇ ਤੋਂ ਵੇਖਿਆ ਨਹੀਂ ਜਾਂਦਾ। ਮੈਂ ਇਸ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਕਿਹਾ, ਕਿਹੜਾ ਜ਼ੁਲਮ? ਮੈਡਮ ਨੇ ਕਿਹਾ, ਤੁਸੀਂ ਰਾਤ ਨੂੰ ਸਾਹਿਬ ਦੇ ਸੌਣ ਤੋਂ ਬਾਅਦ ਆਪਣੇ ਬਿਸਤਰੇ ਦੇ ਹੇਠਾਂ ਜ਼ਰੂਰ ਦੇਖਣਾ। ਮੈਂ ਪੁੱਛਿਆ, ਮੰਜੇ ਦੇ ਹੇਠਾਂ ਕੀ ਹੈ? ਤਾਂ ਉਹ ਬੋਲੀ, ਮੈਡਮ, ਮੈਂ ਕੁਝ ਨਹੀਂ ਦੱਸ ਸਕਦੀ, ਨਹੀਂ ਤਾਂ ਮੈਂ ਮੁਸੀਬਤ ਵਿੱਚ ਪੈ ਜਾਵਾਂਗੀ। ਪਰ ਜਦੋਂ ਤੁਸੀਂ ਖੁਦ ਦੇਖੋਗੇ ਤੁਹਾਨੂੰ ਸਭ ਕੁਝ ਪਤਾ ਚੱਲ ਜਾਵੇਗਾ। ਬਸ ਮੈਨੂੰ ਨਾ ਪੁੱਛੋ, ਮੈਂ ਤੁਹਾਨੂੰ ਕੁਝ ਨਹੀਂ ਦੱਸਾਂਗੀ। ਮੈਂ ਆਪਣੀ ਨੌਕਰੀ ਗਵਾ ਲਵਾਂਗੀ। ਮੈਨੂੰ ਨਹੀਂ ਪਤਾ ਕਿ ਸਰ ਮੇਰੇ ਨਾਲ ਕੀ ਕਰਨਗੇ। ਅਤੇ ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਇਹ ਗੱਲ ਸਰ ਨੂੰ ਨਾ ਦੱਸਿਓ।
ਨਹੀਂ ਤਾਂ ਉਹ ਮੈਨੂੰ ਨੌਕਰੀ ਤੋਂ ਕੱਢ ਦੇਣਗੇ। ਮੈਂ ਹੈਰਾਨ ਸੀ। ਮੇਰੇ ਪਤੀ ਦੀ ਭਰੋਸੇਮੰਦ ਨੌਕਰਾਣੀ ਸੀ। ਜੇ ਉਹ ਕਿਤੇ ਵੀ ਜਾਣਾ ਹੁੰਦਾ ਤਾਂ ਉਹ ਮੇਰੀ ਵੀਲਚੇਅਰ ਫੜ ਲੈਂਦੀ। ਮੈਨੂੰ ਬਹੁਤ ਹੈਰਾਨੀ ਹੋਈ। ਉਸ ਰਾਤ ਮੈਂ ਆਪਣੇ ਪਤੀ ਦੇ ਸੌਣ ਦਾ ਇੰਤਜ਼ਾਰ ਕਰਨ ਲੱਗੀ। ਮੇਰੇ ਦਿਮਾਗ ਵਿੱਚ ਸੀ, ਕੀ ਹੋਵੇਗਾ ਅਸ਼ੋਕ ਦੇ ਸੌਣ ਤੋਂ ਬਾਅਦ। ਜਿਵੇਂ ਹੀ ਮੈਂ ਹੇਠਾਂ ਬੈਠਦਿਆਂ ਦੇਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉੱਥੇ ਹੱਥਾਂ ਦੀਆਂ ਬਣਾਈਆਂ 4 ਗੁੱਡੀਆਂ ਪਈਆਂ ਸਨ। ਇਹਨਾਂ ਸਾਰਿਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਸਨ ਅਤੇ ਸੂਈਆਂ ਲੱਗੀਆਂ ਹੋਈਆਂ ਸਨ। ਉਹ ਬਿਲਕੁਲ ਮੇਰੇ ਵਰਗੀਆਂ ਲੱਗ ਰਹੀਆਂ ਸਨ। ਇਹ ਸਭ ਦੇਖ ਕੇ ਮੈਂ ਬਹੁਤ ਡਰ ਗਈ। ਮੇਰਾ ਸਰੀਰ ਕੰਬ ਰਿਹਾ ਸੀ। ਮੈਂ ਡੂੰਘੀਆਂ ਸੋਚਾਂ ਵਿੱਚ ਡੁੱਬੀ ਹੋਈ ਅਤੇ ਅਸ਼ੋਕ ਡਰਿਆ ਹੋਇਆ ਮੇਰੇ ਸਾਹਮਣੇ ਆ ਗਿਆ। ਉਸ ਨੇ ਮੇਰੇ ਤੋਂ ਵਾਅਦਾ ਲਿਆ ਸੀ ਕਿ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ। ਉਹ ਕਹਿੰਦੀ, ਮੈਡਮ ਜੀ, ਮੈਂ ਤੁਹਾਡਾ ਭਲਾ ਕੀਤਾ ਕਿਉਂਕਿ ਤੁਸੀਂ ਬਹੁਤ ਮਾਸੂਮ ਹੋ, ਤਾਂ ਉਹ ਤੁਹਾਡੇ ਨਾਲ ਵੀ ਬੁਰਾ ਕਰਨਗੇ। ਮੈਨੂੰ ਵੀ ਨੌਕਰੀ ਤੋਂ ਕੱਢ ਦੇਣਗੇ। ਮੈਂ ਆਪਣੇ ਛੋਟੇ ਬੱਚਿਆਂ ਨੂੰ ਕਿੱਥੋਂ ਖਵਾਵਾਂਗੀ। ਅਗਲੀ ਸਵੇਰ ਉੱਥੇ ਉਸੇ ਨੌਕਰਾਣੀ ਨੂੰ ਕਿਹਾ। ਬੈੱਡ ਦੇ ਹੇਠਾਂ 4 ਬੁੱਤ ਸਨ। ਸਵੇਰ ਵੇਲੇ ਉੱਥੋਂ ਅਲੋਪ ਹੋ ਗਏ। ਤੁਸੀਂ ਮੈਨੂੰ ਦੱਸੋ ਇਹ ਕੀ ਹੈ? ਉਸ ਨੇ ਕਿਹਾ, ਮੈਡਮ ਜੀ, ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਤੁਹਾਡੇ ਤੋਂ ਬਿਨਾਂ ਦਿਆਲੂ ਹੈ? ਇਸ ਦਾ ਕੋਈ ਨਾ ਕੋਈ ਕਾਰਨ ਹੋਵੇਗਾ। ਤੁਹਾਡੇ ਤੋਂ ਪਹਿਲਾਂ ਹੋਰ ਕੁੜੀਆਂ ਇੱਥੇ ਆਉਂਦੀਆਂ ਸਨ। ਉਹ ਸਾਹਿਬ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋਈਆਂ। ਸਾਹਿਬ ਨੇ ਉਹਨਾਂ ਨਾਲ ਵਿਆਹ ਕਰਵਾ ਲਿਆ। ਇਸੇ ਤਰ੍ਹਾਂ ਕੀਤਾ ਸੀ। ਪਰ ਕੁੜੀਆਂ, ਉਸ ਨੇ ਆਪਣੀ ਗੱਲ ਨੂੰ ਅਧੂਰਾ ਛੱਡ ਕੇ ਕਿਹਾ, ਮੈਡਮ, ਤੁਸੀਂ ਬਹੁਤ ਮਾਸੂਮ ਹੋ। ਸਭ ਤੋਂ ਦੂਰ ਰਿਹਾ ਕਰੋ। ਮੈਂ ਤੁਹਾਡੀ ਮਦਦ ਕਰਨਾ ਚਾਹੁੰਦੀ ਹਾਂ। ਨੌਕਰਾਣੀ ਦੀਆਂ ਗੱਲਾਂ ਸੁਣ ਕੇ ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਇਆ। ਮੈਂ ਕਿਹਾ, ਪਹਿਲਾਂ ਇਹ ਦੱਸੋ, ਉਹ ਪੁਤਲੀਆਂ ਨਾਲ ਕੀ ਹੋਇਆ ਹੋਵੇਗਾ? ਉਸ ਨੇ ਕਿਹਾ, ਮੈਡਮ, ਪਹਿਲਾਂ ਵਾਲੀ ਮੈਡਮ ਤੇ ਬੈੱਡ ਹੇਠਾਂ ਵੀ ਇਹੋ ਜਿਹੇ ਪੁਤਲੇ ਰੱਖੇ ਸਨ। ਮੈਂ ਆਪ ਦੇਖਿਆ ਕਿ ਕੁਝ ਦਿਨਾਂ ਬਾਅਦ ਮੈਡਮ ਦੀ ਮੌਤ ਹੋ ਗਈ। ਸਾਹਿਬ ਨੇ ਕਿਹਾ, ਕਿਸੇ ਨੂੰ ਨਹੀਂ ਦੱਸਣਾ। ਸਰ ਨੇ ਸਾਨੂੰ ਦੱਸਣ ਤੋਂ ਰੋਕਿਆ ਸੀ। ਨੌਕਰਾਣੀ ਦੀ ਗੱਲ ਸੁਣ ਕੇ ਮੈਂ ਪਰੇਸ਼ਾਨ ਹੋ ਗਈ। ਮੈਂ ਉਸ ਨੂੰ ਕਿਹਾ ਕਿ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਕੀ ਕਰਾਂ। ਉਸ ਨੇ ਕਿਹਾ, ਮੈਡਮ, ਤੁਸੀਂ ਆਪਣੀ ਜਾਨ ਬਚਾਉਣ ਲਈ ਇੱਥੋਂ ਭੱਜ ਜਾਓ। ਉਸ ਨੇ ਕਿਹਾ, ਮੈਡਮ ਜੀ, ਨੇੜੇ ਹੀ ਇੱਕ ਅਨਾਥ ਆਸ਼ਰਮ ਹੈ। ਉੱਥੇ ਅਨਾਥ ਤੇ ਬੇਸਹਾਰਾ ਲੜਕੀਆਂ ਨੂੰ ਰੱਖਿਆ ਜਾਂਦਾ ਹੈ। ਇੱਥੇ ਤੁਸੀਂ ਬੇਮੌਤ ਮਾਰੇ ਜਾਓਗੇ। ਮੈਂ ਉਹਨਾਂ ਪੁਤਲੀਆਂ ਨੂੰ ਦੇਖ ਕੇ ਅਤੇ ਨੌਕਰਾਣੀ ਦੀਆਂ ਗੱਲਾਂ ਸੁਣ ਕੇ ਬਹੁਤ ਡਰ ਗਈ। ਮੇਰਾ ਦਿਲ ਇਹ ਸਭ ਮੰਨਣ ਤੋਂ ਇਨਕਾਰ ਕਰ ਰਿਹਾ ਸੀ। ਅਸ਼ੋਕ ਨੇ ਮੇਰਾ ਕਿੰਨਾ ਖਿਆਲ ਰੱਖਿਆ। ਉਹ ਮੇਰੇ ਇਲਾਜ ਬਾਰੇ ਬਹੁਤ ਚਿੰਤਤ ਸੀ। ਉਹਨਾਂ ਨੇ ਕਿਹਾ ਸੀ ਕਿ ਮੈਂ ਡਾਕਟਰ ਨਾਲ ਗੱਲ ਕੀਤੀ ਹੈ। ਡਾਕਟਰ ਨੇ ਮੈਨੂੰ ਤਸੱਲੀ ਦਿੱਤੀ ਹੈ ਕਿ ਤੁਸੀਂ ਜਲਦੀ ਠੀਕ ਹੋ ਜਾਵੋਗੇ, ਤੁਹਾਡਾ ਇਲਾਜ ਹੋ ਜਾਵੇਗਾ ਅਤੇ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਸਕੋਗੇ। ਉਹ ਮੈਨੂੰ ਇੰਨਾ ਪਿਆਰ ਕਰਦਾ ਕਿ ਉਹ ਇਹ ਸਭ ਕਿਵੇਂ ਕਰ ਸਕਦਾ ਹੈ। ਉਹ ਮੇਰੀ ਜਾਨ ਕਿਵੇਂ ਲੈ ਸਕਦਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਸ 'ਤੇ ਭਰੋਸਾ ਕਰਾਂ ਤੇ ਕਿਸ 'ਤੇ ਨਾ। ਦੂਜੀ ਨੌਕਰਾਣੀ ਨੂੰ ਲੈ ਕੇ ਆਈ। ਉਸ ਨੇ ਵੀ ਇਹੀ ਕਹਾਣੀ ਸੁਣਾਈ। ਨੌਕਰਾਣੀ ਦੀ ਇਹ ਕਹਾਣੀ ਸੁਣ ਕੇ ਮੈਂ ਸੱਚਮੁੱਚ ਡਰ ਗਈ। ਉਹ ਨੌਕਰਾਣੀ ਨੇ ਮੇਰੀ ਬਹੁਤ ਮਦਦ ਕੀਤੀ। ਉਸ ਨੇ ਇੱਕ ਟੈਕਸੀ ਬੁਲਾਇਆ ਤੇ ਮੈਨੂੰ ਉਸ ਟੈਕਸੀ ਵਿੱਚ ਬਿਠਾ ਦਿੱਤਾ ਅਤੇ ਡਰਾਈਵਰ ਨੂੰ ਕਿਹਾ, ਮੈਡਮ ਨੂੰ NGO ਦੇ ਗੇਟ ਦੇ ਸਾਹਮਣੇ ਛੱਡਣ ਲਈ ਕਿਹਾ। ਡਰਾਈਵਰ ਨੇ ਮੈਨੂੰ NGO ਦੇ ਗੇਟ 'ਤੇ ਉਤਾਰ ਦਿੱਤਾ। ਮੈਂ ਆਪਣੀ ਵੀਲਚੇਅਰ 'ਤੇ ਬੈਠੀ ਰਹੀ। ਜਦੋਂ ਮੇਰੀ ਮਾਂ ਨੇ ਮੈਨੂੰ ਦੇਖਿਆ ਤਾਂ ਕਾਰ ਰੋਕ ਕੇ ਮੇਰੇ ਨੇੜੇ ਆ ਗਈ। ਮੈਨੂੰ ਜਿੱਦਾਂ ਵੇਖ ਕੇ ਉਹ ਰੋਣ ਲੱਗੀ। ਆਪਣੀ ਮਾਂ ਨੂੰ ਦੇਖ ਕੇ ਮੈਂ ਡਰ ਗਈ ਕਿ ਉਹ ਮੈਨੂੰ ਦੁਬਾਰਾ ਘਰ ਲਿਜਾ ਕੇ ਕਿਤੇ ਜ਼ਹਿਰ ਨਾ ਦੇ ਦੇਵੇ। ਮੈਂ ਭੱਜ ਵੀ ਨਹੀਂ ਸਕਦੀ ਸੀ। ਮੇਰੀਆਂ ਅੱਖਾਂ ਵਿੱਚ ਡਰ ਦੇਖ ਕੇ ਉਹ ਬਹੁਤ ਸ਼ਰਮਿੰਦਾ ਹੋਈ। ਉਹ ਮੈਨੂੰ ਕਹਿਣ ਲੱਗੀ, ਬੇਟਾ, ਮੈਨੂੰ ਮਾਫ਼ ਕਰ ਦੇ। ਜੋ ਵੀ ਤੇਰੇ ਨਾਲ ਕੀਤਾ ਉਹ ਬਹੁਤ ਗਲਤ ਸੀ। ਮੈਂ ਸੋਚਿਆ ਕਿ ਤੂੰ ਮਰ ਚੁੱਕੀ ਹੋਵੇਂਗੀ, ਪਰ ਤੂੰ ਜ਼ਿੰਦਾ ਹੈ। ਮੇਰੇ ਕੋਲ ਆਉਣ ਲੱਗੀ, ਪਰ ਮੈਂ ਉਸ ਨੂੰ ਕਿਹਾ, ਜੇ ਤੁਸੀਂ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੈਂ ਤੁਹਾਨੂੰ ਕਦੇ ਮਾਫ਼ ਨਹੀਂ ਕਰਾਂਗੀ। ਉਹ ਮੇਰੇ ਪੈਰਾਂ 'ਤੇ ਡਿੱਗ ਗਈ ਤੇ ਬੋਲੀ, ਮੈਨੂੰ ਮਾਫ਼ ਕਰ ਦੇ। ਉਸ ਦਿਨ ਤੈਨੂੰ ਮਾਰਨ ਦਾ ਮੇਰਾ ਕੋਈ ਫੈਸਲਾ ਨਹੀਂ ਸੀ, ਸਗੋਂ ਤੇਰੇ ਪਿਤਾ ਜੀ ਦਾ ਸੀ। ਉਸ ਸਮੇਂ ਮੈਂ ਬੇਵੱਸ ਸੀ, ਪਰ ਹੁਣ ਤੂੰ ਮੇਰੇ ਨਾਲ ਚੱਲ। ਤੇਰੇ ਪਿਤਾ ਜੀ ਪਿਛਲੇ ਕੁਝ ਸਮੇਂ ਤੋਂ ਮੇਰੇ ਤੋਂ ਅਲੱਗ ਰਹੇ ਹਨ।
ਉਹਨਾਂ 'ਤੇ ਆਪਣੀ ਅਲੱਗ ਦੁਨੀਆ ਵਸਾ ਲਈ ਹੈ। ਮੈਂ ਕਿਹਾ, ਮੈਂ ਕਿਵੇਂ ਵਿਸ਼ਵਾਸ ਕਰ ਸਕਦੀ ਹਾਂ ਕਿ ਤੁਸੀਂ ਘਰ ਜਾ ਕੇ ਮੇਰੀ ਚੰਗੀ ਦੇਖਭਾਲ ਕਰੋਗੇ ਤੇ ਮੇਰੇ ਕੁੱਟੋ ਮਾਰੋਗੇ ਨਹੀਂ, ਜਾਂ ਮੇਰੇ ਨਾਲ ਤੁਸੀਂ ਪਿਆਰ ਕਰੋਗੇ। ਮੇਰੀ ਮਾਂ ਰੋਣ ਲੱਗ ਪਈ ਤੇ ਕਹਿਣ ਲੱਗੀ, ਮੇਰੇ ਬੱਚੇ, ਮੇਰੇ ਤੇ ਵਿਸ਼ਵਾਸ ਕਰ, ਮੇਰੀ ਤੜਫਦੀ ਹੋਈ ਮਮਤਾ ਨੂੰ ਰਾਹਤ ਮਿਲ ਜਾਵੇਗੀ। ਮੈਨੂੰ ਇੱਕ ਮੌਕਾ ਦੇ, ਮੈਂ ਤੇਰਾ ਦਿਲ ਖੁਸ਼ੀਆਂ ਨਾਲ ਭਰ ਦੇਵਾਂਗੀ। ਉਹ ਮੈਨੂੰ ਜੱਫੀ ਪਾ ਕੇ ਰੋਂਦੀ ਹੋਈ ਮੈਨੂੰ ਆਪਣੇ ਘਰ ਲੈ ਗਈ। ਮੈਂ ਪੁੱਛਿਆ, ਪਾਪਾ ਤੋਂ ਤੁਸੀਂ ਤਲਾਕ ਕਿਉਂ ਲਿਆ? ਮੰਮੀ ਨੇ ਕਿਹਾ, ਤੇਰੇ ਪਾਪਾ ਨੂੰ ਮੇਰੇ ਨਾਲ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਸੀ। ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ ਸੀ। ਉਸ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਜੇਕਰ ਮੈਂ ਤੈਨੂੰ ਮਾਰਨ ਵਿੱਚ ਉਸ ਦਾ ਸਾਥ ਨਾ ਦਿੱਤਾ ਤਾਂ ਉਹ ਸਾਨੂੰ ਦੋਵਾਂ ਨੂੰ ਮਾਰ ਦੇਵੇਗਾ। ਇਸ ਲਈ ਮੈਂ ਇਸ ਡਰ ਤੋਂ ਉਸ ਦਾ ਸਾਥ ਦਿੱਤਾ। ਮੈਂ ਸਹਿਮਤ ਹਾਂ ਕਿ ਮੈਨੂੰ ਇੰਨਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਸੀ। ਫਿਰ ਇੱਕ ਦਿਨ ਮੈਂ ਤੇਰੇ ਪਿਤਾ ਜੀ ਨੇ ਦੂਜਾ ਵਿਆਹ ਕਰਵਾ ਲਿਆ। ਮੈਂ ਤੇਰੇ ਚਾਚੇ ਦੇ ਘਰ ਗਈ, ਪਰ ਉਸ ਨੇ ਵੀ ਮੇਰਾ ਸਾਥ ਨਾ ਦਿੱਤਾ। ਸਾਰਿਆਂ ਨੇ ਕਿਹਾ ਕਿ ਆਦਮੀ ਦੂਜਾ ਵਿਆਹ ਉਦੋਂ ਕਰਵਾਉਂਦਾ ਹੈ ਜਦੋਂ ਉਹ ਆਪਣੀ ਪਹਿਲੀ ਪਤਨੀ ਤੋਂ ਖੁਸ਼ ਨਹੀਂ ਹੁੰਦਾ। ਤੂੰ ਆਪਣੀ ਪਤੀ ਨੂੰ ਖੁਸ਼ ਨਹੀਂ ਰੱਖਿਆ, ਇਸ ਲਈ ਉਸਨੇ ਦੂਜੀ ਵਾਰ ਵਿਆਹ ਕਰਵਾ ਲਿਆ। ਫਿਰ ਤੇਰੀ ਹੀ ਗਲਤੀ ਸੀ। ਤੇਰੇ ਪਿਤਾ ਜੀ ਕਹਿੰਦੇ ਸੀ ਕਿ ਤੈਨੂੰ ਆਪਣੀ ਨਵੀਂ ਵਹੁਟੀ ਨਾਲ ਰੱਖਣ ਲਈ ਤਿਆਰ ਹਾਂ, ਪਰ ਮੈਂ ਹੁਣ ਉਸ ਬੰਦੇ ਨਾਲ ਨਹੀਂ ਰਹਿਣਾ ਚਾਹੁੰਦੀ। ਮੈਂ ਸਾਰੀ ਰਾਤ ਰੋਂਦੀ ਰਹੀ। ਮੈਂ ਕਿਹੋ ਜਿਹਾ ਹਾਂ, ਮੈਂ ਇੱਕ ਕਿਹੋ ਜਿਹੀ ਮਾਂ ਹਾਂ ਜਿਸ ਨੇ ਆਪਣੀ ਧੀ ਨੂੰ ਜ਼ਹਿਰ ਦੇ ਦਿੱਤਾ। ਮੈਂ ਇੱਕ ਪਲ ਲਈ ਵੀ ਮੈਨੂੰ ਸ਼ਾਂਤੀ ਨਹੀਂ ਮਿਲੀ। ਮੈਂ ਤੁਹਾਡੇ ਪਿਤਾ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਪਹਿਲਾਂ ਮੈਂ ਉਸ ਦੇ ਦੋਸਤ ਦੀ ਦੌਲਤ ਦੀ ਲਾਲਚ ਵਿੱਚ ਸੀ। ਮੈਨੂੰ ਤੁਹਾਡੇ ਪਿਤਾ ਦੇ ਇੱਕ ਦੋਸਤ ਪਸੰਦ ਸੀ, ਪਰ ਮੈਂ ਸਮਝ ਗਈ ਸੀ ਕਿ ਕੋਈ ਵੀ ਆਦਮੀ ਭਰੋਸੇਯੋਗ ਨਹੀਂ ਹੈ। ਮੇਰੇ ਤਲਾਕ ਤੋਂ ਬਾਅਦ ਉਹ ਮੇਰੇ ਨਾਲ ਵਿਆਹ ਕਰਨ ਲਈ ਵੀ ਤਿਆਰ ਨਹੀਂ ਸੀ। ਮੈਂ ਨੌਕਰੀ ਲੱਭਣ ਲੱਗੀ। ਫਿਰ ਮੈਨੂੰ ਨੌਕਰੀ ਵੀ ਮਿਲ ਗਈ। ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ, ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਤੇਰੀ ਸਾਰੀ ਉਮਰ ਕਦਰ ਨਹੀਂ ਕੀਤੀ। ਤੂੰ ਮੇਰੀ ਔਲਾਦ ਸੀ। ਮੈਂ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਜੋ ਪਰਮਾਤਮਾ ਦੀ ਇਸ ਖੁਸ਼ੀ ਲਈ ਤਰਸਦੇ ਹਨ ਤੇ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਨ, ਉਹਨਾਂ ਅੱਗੇ ਮਿੰਨਤਾਂ ਤਰਲੇ ਕਰਦੇ ਹਨ, ਥੱਕਦੇ ਨਹੀਂ। ਰੱਬ ਨੇ ਮੈਨੂੰ ਔਲਾਦ ਹੋਣ ਦੀ ਖੁਸ਼ੀ ਦਿੱਤੀ। ਮੈਨੂੰ ਮਾਫ਼ ਕਰ ਦੇ। ਉਸ ਨੂੰ ਹੋਰ ਸ਼ਰਮਿੰਦਾ ਨਹੀਂ ਦੇਖ ਸਕਦੀ ਸੀ, ਇਸ ਲਈ ਮੈਂ ਆਪਣੀ ਮਾਂ ਨੂੰ ਮਾਫ਼ ਕਰ ਦਿੱਤਾ। ਮੇਰੀ ਮਾਂ ਖੁਸ਼ ਹੋ ਗਈ। ਮਾਂ ਨੇ ਕਿਹਾ, ਹੁਣ ਤੈਨੂੰ ਮੈਂ ਕਿਤੇ ਨਹੀਂ ਜਾਣ ਦਿਆਂਗੀ। ਤੂੰ ਬਿਨਾਂ ਇੰਨਾ ਸਮਾਂ ਕਿੱਥੇ ਰਹੀ? ਮੈਂ ਕਿਹਾ, ਜਦੋਂ ਤੁਸੀਂ ਲੋਕਾਂ ਨੇ ਮੈਨੂੰ ਕੂੜੇ ਵਿੱਚ ਸੁੱਟ ਦਿੱਤਾ, ਇੱਕ ਆਦਮੀ ਮੈਨੂੰ ਆਪਣੇ ਘਰੇ ਲੈ ਗਿਆ, ਮੇਰਾ ਇਲਾਜ ਕਰਾਇਆ, ਫਿਰ ਉਸਨੇ ਮੇਰੇ ਨਾਲ ਵਿਆਹ ਕਰਵਾ ਲਿਆ। ਪਰ ਮੈਨੂੰ ਪਤਾ ਲੱਗਾ ਕਿ ਉਹ ਬੰਦਾ ਚੰਗਾ ਨਹੀਂ ਹੈ। ਉੱਥੇ ਕੰਮ ਕਰਨ ਵਾਲੀ ਨੌਕਰਾਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਦਾ ਕਈ ਵਾਰ ਵਿਆਹ ਹੋ ਚੁੱਕਾ ਹੈ ਅਤੇ ਉਹ ਆਪਣੀ ਪਤਨੀ ਵਰਗੀ ਇੱਕ ਗੁੱਡੀ ਨੂੰ ਹੇਠਾਂ ਬਿਠਾ ਕੇ ਰੱਖਦਾ ਹੈ ਤੇ ਫਿਰ ਕੁਝ ਦਿਨਾਂ ਬਾਅਦ ਉਸਦੀ ਪਤਨੀ ਦੀ ਮੌਤ ਹੋ ਜਾਂਦੀ ਹੈ। ਜਦੋਂ ਮੈਨੂੰ ਸੱਚਾਈ ਦਾ ਪਤਾ ਲੱਗਾ ਤਾਂ ਮੈਂ ਉੱਥੋਂ ਭੱਜ ਆਈ। ਮੈਂ ਰੋਂਦੇ ਹੋਏ ਮਾਂ ਨੂੰ ਸਾਰੀ ਗੱਲ ਦੱਸੀ। ਮੇਰੀ ਮਾਂ ਨੇ ਕਿਹਾ ਕਿ ਇਹ ਸਭ ਮੇਰੇ ਕਾਰਨ ਹੋਇਆ ਹੈ। ਮੈਂ ਚੰਗੀ ਮਾਂ ਨਹੀਂ ਹਾਂ, ਇਸ ਲਈ ਤੁਹਾਨੂੰ ਇੰਨੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੂੰ ਆਪਣੀ ਮਾਂ ਨੂੰ ਮਾਫ਼ ਕਰ ਦੇ। ਮੈਂ ਕਿਹਾ, ਮੰਮੀ, ਇਹ ਤੇਰੀ ਗਲਤੀ ਨਹੀਂ। ਮਾਂ ਨੇ ਕਿਹਾ, ਇਹ ਮੇਰਾ ਕਸੂਰ ਹੈ। ਮੈਂ ਤੈਨੂੰ ਇੰਨੀ ਨਫ਼ਰਤ ਨਾਲ ਪਾਲਿਆ, ਤੈਨੂੰ ਦਿਨ ਰਾਤ ਭੁੱਖੇ ਰੱਖਿਆ, ਤੈਨੂੰ ਕੁੱਟਦੀ ਮਾਰਦੀ ਰਹੀ, ਡਰਾਉਂਦੀ ਰਹੀ, ਪਰ ਮੈਨੂੰ ਤੇਰੇ ਤੇ ਤਰਸ ਨਾ ਆਇਆ। ਪਰ ਹੁਣ ਮੈਂ ਤੈਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦੇਵਾਂਗੀ। ਇੱਕ ਚੰਗੀ ਮਾਂ ਬਣ ਕੇ ਦਿਖਾਵਾਂਗੀ। ਹੁਣ ਮੈਂ ਆਪਣੀ ਮਾਂ ਨਾਲ ਰਹਿਣ ਲੱਗ ਪਈ ਸੀ। ਬਸ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੀ ਰਹਿੰਦੀ। ਮਾਂ ਇਸ ਉਮਰ ਵਿੱਚ ਵੀ ਬਹੁਤ ਸੋਹਣੀ ਸੀ। ਉਹ ਕਿਸੇ ਵਿਆਹੀ ਧੀ ਦੀ ਮਾਂ ਨਹੀਂ ਲੱਗਦੀ ਸੀ। ਕੋਈ ਵੀ ਧੋਖਾ ਖਾ ਜਾਂਦਾ। ਉਸ ਦੀ ਉਮਰ ਅਤੇ ਪਿਆਰ ਦੇ ਹਿਸਾਬ ਨਾਲ ਉਹ ਮੇਰੀ ਭੈਣ ਵਰਗੀ ਲੱਗਦੀ ਸੀ। ਹੁਣ ਵੀ ਬਹੁਤ ਸਾਰੇ ਆਦਮੀ ਉਹਨਾਂ ਲਈ ਮਰਦੇ ਸੀ। ਮੰਮੀ ਨੇ ਦੱਸਿਆ ਕਿ ਘਰ ਉਸ ਨੂੰ ਕੰਪਨੀ ਤੋਂ ਮਿਲਿਆ ਹੈ ਜਿੱਥੇ ਉਹ ਕੰਮ ਕਰਦੀ ਹੈ। ਦਫ਼ਤਰ ਵੱਲੋਂ ਇੱਕ ਗੱਡੀ ਵੀ ਮਿਲੀ ਹੈ। ਉਹ ਚੰਗੀ ਪੋਸਟ 'ਤੇ ਕੰਮ ਕਰਦੀ ਹੈ। ਮੈਨੂੰ ਕਿਹਾ ਕਿ ਛੇਤੀ ਹੀ ਤੈਨੂੰ ਤੇਰੇ ਪਤੀ ਤੋਂ ਤਲਾਕ ਦਵਾ ਦੇਵਾਂਗੀ। ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਮੈਂ ਹੁਣ ਤੈਨੂੰ ਇਕੱਲੇ ਨਹੀਂ ਛੱਡਾਂਗੀ। ਤੁਹਾਡੀ ਮਾਂ ਨਾਲ ਹੈ। ਮਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਇਕੱਲੀ ਨਹੀਂ ਸੀ। ਅਸ਼ੋਕ ਨੂੰ ਕਿਤੇ ਛੱਡ ਕੇ
ਉਸ ਨੂੰ ਬਹੁਤ ਉਦਾਸੀ ਮਹਿਸੂਸ ਹੁੰਦੀ। ਮੈਨੂੰ ਯਾਦ ਆ ਰਹੀ ਸੀ, ਪਰ ਮੈਨੂੰ ਉਸ ਵਿਅਕਤੀ ਦੀ ਸ਼ਖਸੀਅਤ ਦਾ ਪਤਾ ਨਹੀਂ ਸੀ। ਉਹ ਕਿਹੋ ਜਿਹਾ ਸੀ ਅਤੇ ਭਵਿੱਖ ਵਿੱਚ ਉਹ ਮੇਰੇ ਨਾਲ ਕੀ ਕਰ ਸਕਦਾ ਸੀ। ਮੰਮੀ ਦਫ਼ਤਰ ਤੋਂ ਵਾਪਸ ਆ ਕੇ ਮੇਰੇ ਨਾਲ ਬਹੁਤ ਗੱਲਾਂ ਕਰਦੀ। ਮੈਨੂੰ ਦੱਸਦੀ ਸੀ ਕਿ ਮੈਂ ਆਪਣੇ ਸਾਰੇ ਪੁਰਾਣੇ ਦੋਸਤਾਂ ਨੂੰ ਛੱਡ ਦਿੱਤਾ ਹੈ। ਸਾਰਿਆਂ ਨੇ ਮੈਨੂੰ ਨੀਵਾਂ ਦਿਖਾਇਆ, ਉਹੀ ਜਿਨ੍ਹਾਂ ਨੇ ਮੇਰੇ ਅੰਦਰ ਇੰਨਾ ਜ਼ਹਿਰ ਭਰ ਦਿੱਤਾ। ਮੈਂ ਕਿਹਾ, ਇਨਸਾਨ ਗਲਤੀਆਂ ਤੋਂ ਹੀ ਸਿੱਖਦਾ ਹੈ। ਕੁਝ ਦਿਨਾਂ ਬਾਅਦ ਮਾਂ ਨੇ ਤਲਾਕ ਦੇ ਕਾਗਜ਼ ਮੇਰੇ ਸਾਹਮਣੇ ਰੱਖ ਦਿੱਤੇ। ਕਿਹਾ, ਇਹ ਕਾਗਜ਼ ਤਿਆਰ ਕਰਵਾ ਲਏ ਹਨ, ਤੁਸੀਂ ਇਹਨਾਂ 'ਤੇ ਦਸਤਖਤ ਕਰ। ਪਤਾ ਨਹੀਂ ਕਿਉਂ ਤਲਾਕ ਦੇ ਕਾਗਜ਼ਾਂ ਨੂੰ ਦੇਖ ਕੇ ਦਿਲ ਧੜਕਦਾ ਰਿਹਾ। ਮੈਂ ਮਾਂ ਤੋਂ ਕਾਗਜ਼ ਤਾਂ ਲੈ ਲਏ ਤੇ ਕਿਹਾ ਕਿ ਮੈਂ ਸੋਚ ਸਮਝ ਕੇ ਦਸਤਖਤ ਕਰਾਂਗੀ। ਮੈਂ ਰੋਜ਼ ਪੇਪਰ ਦੇਖਦੀ ਸੀ, ਪਰ ਦਸਤਖਤ ਕਰਨ ਦੀ ਹਿੰਮਤ ਨਹੀਂ ਕਰਨ ਦੀ ਹੁੰਦੀ। ਮਾਂ ਮੈਨੂੰ ਹਰ ਰੋਜ਼ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰਨ ਲਈ ਕਹਿੰਦੇ, ਜਿਵੇਂ ਹੀ ਅਸ਼ੋਕ ਨੂੰ ਵੀ ਇਹਨਾਂ ਕਾਗਜ਼ਾਂ 'ਤੇ ਦਸਤਖਤ ਕਰਨ ਦੀ ਲਈ ਬੁਲਾਇਆ ਜਾ ਸਕਦਾ ਹੈ। ਮੈਨੂੰ ਇੱਥੇ ਰਹਿੰਦੀ ਨੂੰ 1 ਮਹੀਨਾ ਹੋ ਗਿਆ ਸੀ। ਇੱਕ ਰਾਤ ਪਿਆਸ ਕਾਰਨ ਮੈਂ ਜਾਗ ਪਈ। ਭਾਵੇਂ ਮਾਂ ਮੇਰੇ ਕਮਰੇ ਵਿੱਚ ਹਰ ਰੋਜ਼ ਪਾਣੀ ਦਾ ਜੱਗ ਰੱਖਦੀ ਸੀ, ਪਰ ਅੱਜ ਮੇਰੇ ਕਮਰੇ ਵਿੱਚ ਪਾਣੀ ਨਹੀਂ ਸੀ। ਮੈਂ ਆਪਣੀ ਵੀਲਚੇਅਰ 'ਤੇ ਬੈਠ ਕੇ ਰਸੋਈ ਵੱਲ ਜਾਣ ਲੱਗੀ, ਪਰ ਮੈਨੂੰ ਮੰਮੀ ਦੇ ਕਮਰੇ ਤੋਂ ਆਵਾਜ਼ਾਂ ਸੁਣਾਈ ਦੇ ਰਹੀਆਂ ਸੀ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਮੇਰੀ ਮਾਂ ਕਿਸ ਨਾਲ ਗੱਲਾਂ ਕਰ ਰਹੀ ਹੈ। ਰਾਤ ਨੂੰ ਮੰਮੀ ਦੇ ਕਮਰੇ ਵਿੱਚ ਕੌਣ ਆ ਸਕਦਾ ਹੈ? ਮੰਮੀ ਨੇ ਕਿਹਾ ਸੀ ਕਿ ਉਸਨੇ ਸਾਰਿਆਂ ਨਾਲ ਰਿਸ਼ਤੇ ਤੋੜ ਲਏ ਹਨ, ਪਰ ਇਹ ਆਦਮੀ ਦੀ ਆਵਾਜ਼ ਸੀ। ਉਹ ਵਿਅਕਤੀ ਮਾਂ ਨੂੰ ਕਹਿ ਰਿਹਾ ਸੀ ਕਿ ਉਸ ਦੀ ਧੀ ਨੂੰ ਜਲਦੀ ਤੋਂ ਜਲਦੀ ਤਲਾਕ ਦਿਵਾਏ, ਨਹੀਂ ਤਾਂ ਮੈਂ ਨੌਕਰੀ ਤੋਂ ਕੱਢ ਦਿਆਂਗਾ। ਹੋ ਸਕਦਾ ਹੈ ਕਿ ਉਹ ਮੇਰੀ ਮੰਮੀ ਦਾ ਬੌਸ ਸੀ, ਪਰ ਉਹ ਵੀ ਰਾਤ ਨੂੰ ਮੇਰੀ ਮਾਂ ਦੇ ਕਮਰੇ ਵਿੱਚ ਸੀ। ਮੈਨੂੰ ਇਹ ਪਸੰਦ ਨਹੀਂ ਆ ਰਿਹਾ ਸੀ। ਫਿਰ ਉਸਨੇ ਕਿਹਾ, ਤੁਸੀਂ ਜੋ ਮੇਰੇ ਨਾਲ ਵਿਆਹ ਕਰਨ ਦੇ ਸੁਪਨੇ ਦੇਖ ਰਹੇ ਹੋ, ਤੁਹਾਡੇ ਸੁਪਨੇ ਤਾਂ ਸੁਪਨੇ ਹੀ ਹੋਣਗੇ, ਪੂਰੇ ਹੋਣਗੇ ਜੇਕਰ ਤੁਸੀਂ ਮੇਰਾ ਕੰਮ ਕਰੋਗੇ। ਜੇ ਮੈਂ ਤੁਹਾਡੇ ਕੋਲੋਂ ਤੁਹਾਡਾ ਘਰ ਤੇ ਕਾਰ ਵਾਪਸ ਲੈ ਲਵਾਂ ਤਾਂ ਤੁਸੀਂ ਸੜਕ 'ਤੇ ਹੋਵੋਗੇ। ਤੁਸੀਂ ਅਜੇ ਵੀ ਆਪਣੀ ਧੀ ਦਾ ਤਲਾਕ ਨਹੀਂ ਕਰਵਾ ਸਕੇ। ਮੈਂ ਬਹੁਤ ਕੁਝ ਕੀਤਾ। ਆਪਣੀ ਪੁਰਾਣੀ ਨੌਕਰਾਨੀ ਨੂੰ ਪੈਸੇ ਦਿੱਤੇ, ਉਸ ਨੂੰ ਘਰੋਂ ਕੱਢ ਦਿੱਤਾ, ਆਪਣੇ ਪੁੱਤ ਦੇ ਦਿਲ ਵਿੱਚ ਸ਼ੱਕ ਪੈਦਾ ਕੀਤਾ, ਉਸ ਨੂੰ ਝੂਠੇ ਪ੍ਰਭਾਵ ਵਿੱਚ ਰੱਖਿਆ। ਤੁਸੀਂ ਅਜੇ ਤੱਕ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਨਹੀਂ ਕਰਵਾ ਸਕੇ। ਇਹ ਅਪਾਹਿਜ ਕੁੜੀ ਮੇਰੇ ਪੁੱਤ ਦੀ ਜ਼ਿੰਦਗੀ ਵਿੱਚ ਨਾ ਆਵੇ। ਮੈਂ ਹੈਰਾਨ ਸੀ ਕਿ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਹੈ। ਯਕੀਨਨ ਇਹ ਆਦਮੀ ਮੇਰੇ ਪਤੀ ਦਾ ਪਿਤਾ ਸੀ। ਮੇਰੀ ਮਾਂ ਨੇ ਕਿਹਾ, ਜਿਵੇਂ ਤੁਸੀਂ ਕਹੋਗੇ ਅਜਿਹਾ ਹੀ ਹੋਵੇਗਾ। ਹੁਣ ਤੁਹਾਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ। ਮੈਂ ਆਪਣੀ ਬੇਟੀ ਦੇ ਦਿਲ 'ਚ ਜਗ੍ਹਾ ਬਣਾ ਲਈ ਅਤੇ ਉਸ ਦੇ ਦਿਲ 'ਚ ਜਗ੍ਹਾ ਬਣਾਉਣ 'ਚ ਕੁਝ ਸਮਾਂ ਲੱਗਾ, ਇਸ ਲਈ ਉਹ ਬਹੁਤ ਮਾਸੂਮ ਹੈ। ਮੈਂ ਉਸ ਤੋਂ ਤਲਾਕ ਦੇ ਕਾਗਜ਼ਾਂ 'ਤੇ ਦਸਤਖਤ ਕਰਾਵਾਂਗਾ। ਹੁਣ ਮੈਨੂੰ ਸਾਰੀ ਗੱਲ ਸਮਝ ਆ ਗਈ। ਮੈਨੂੰ ਆਪਣੀ ਅਕਲ ਦੀ ਘਾਟ 'ਤੇ ਗੁੱਸਾ ਆਇਆ। ਮੈਨੂੰ ਆਪਣੇ ਪਤੀ 'ਤੇ ਭਰੋਸਾ ਨਹੀਂ ਸੀ, ਜੋ ਮੈਨੂੰ ਇੰਨਾ ਪਿਆਰ ਕਰਦਾ ਸੀ। ਮੈਂ ਕਿੰਨੀ ਆਸਾਨੀ ਨਾਲ ਉਸ ਨੂੰ ਛੱਡ ਦਿੱਤਾ। ਜਿਹੜੀ ਮਾਂ ਆਪਣੀ ਧੀ ਨੂੰ ਜ਼ਹਿਰ ਦੇ ਸਕਦੀ ਹੈ, ਉਹ ਅਚਾਨਕ ਇੰਨੀ ਚੰਗੀ ਕਿਵੇਂ ਹੋ ਸਕਦੀ ਹੈ? ਇਹ ਸਭ ਸੋਚੀ ਸਮਝੀ ਚਾਲ ਸੀ। ਉਸ ਨਾਲ ਉਹ ਨੌਕਰਾਨੀ ਵੀ ਮੌਜੂਦ ਸੀ। ਮੈਂ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਈ। ਉਸਨੇ ਹੀ ਉਸ ਗੁੱਡੀ ਨੂੰ ਮੇਰੇ ਮੰਜੇ ਹੇਠਾਂ ਰੱਖਿਆ। ਇਹ ਸਭ ਮਨ ਘੜਤ ਕਹਾਣੀ ਰਚੀ ਗਈ ਸੀ। ਹੁਣ ਮੈਨੂੰ ਇੱਥੇ ਘੁਟਨ ਮਹਿਸੂਸ ਹੋ ਰਹੀ ਸੀ। ਮੈਂ ਇੱਥੋਂ ਨਿਕਲਣਾ ਚਾਹੁੰਦੀ ਸੀ। ਮੈਂ ਚੁੱਪਚਾਪ ਜਾ ਕੇ ਆਪਣੇ ਕਮਰੇ ਵਿੱਚ ਸੌਂ ਗਈ। ਮੰਮੀ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਉਸ ਦੀ ਸੱਚਾਈ ਜਾਣ ਚੁੱਕੀ ਸੀ। ਅਗਲੇ ਦਿਨ ਜਦੋਂ ਮੰਮੀ ਦਫ਼ਤਰ ਗਈ ਤਾਂ ਉਸਦੀ ਨੌਕਰਾਣੀ ਮੇਰੇ 'ਤੇ ਨਜ਼ਰ ਰੱਖਣ ਲਈ ਆ ਗਈ। ਉਹ ਮੇਰੇ ਨਾਲ ਰਹਿੰਦੀ ਸੀ। ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ 'ਤੇ ਨਜ਼ਰ ਰੱਖਦੀ ਹੈ, ਪਰ ਜਿਵੇਂ ਹੀ ਮਾਂ ਦੀ ਅਸਲੀਅਤ ਮੇਰੇ ਸਾਹਮਣੇ ਖੁੱਲ੍ਹੀ, ਮੈਨੂੰ ਪਤਾ ਲੱਗਾ ਕਿ ਉਹ ਮੇਰੀ ਮਾਂ ਦੀ ਖਾਸ ਨੌਕਰਾਣੀ ਹੈ ਅਤੇ ਮੇਰੇ 'ਤੇ ਨਜ਼ਰ ਰੱਖਦੀ ਹੈ। ਮੈਂ ਉਸ ਨੂੰ ਕਿਹਾ ਕਿ ਮੇਰੀ ਮਦਦ ਕਰ, ਮੈਂ ਤੈਨੂੰ ਮੂੰਹੋਂ ਮੰਗੀ ਰਕਮ ਦੇ ਦੇਵਾਂਗੀ, ਇਸ ਲਈ ਮੈਨੂੰ ਮੇਰੇ ਪਤੀ ਦੇ ਘਰ ਲੈ ਜਾ। ਮੇਰੀ ਮਾਂ ਬਿਲਕੁਲ ਵੀ ਚੰਗੀ ਨਹੀਂ ਹੈ। ਉਹ ਇੱਕ ਜ਼ਾਲਮ ਔਰਤ ਹੈ। ਉਹ ਮੇਰੇ ਸਾਹਮਣੇ ਚੰਗੇ ਹੋਣ ਦਾ ਦਿਖਾਵਾ ਕਰ ਰਹੀ ਹੈ। ਮੈਂ ਕਿਹਾ ਕਿ ਉਹ ਮੈਨੂੰ ਤਲਾਕ ਦਿਵਾਉਣਾ ਚਾਹੁੰਦੀ ਹੈ। ਉਹ ਮੇਰਾ ਘਰ ਤਬਾਹ ਕਰਨਾ ਚਾਹੁੰਦੀ ਹੈ। ਮੇਰਾ ਘਰ ਬਰਬਾਦ ਕਰਨ ਤੋਂ ਬਾਅਦ ਉਹ ਉਸ ਅਮੀਰ ਆਦਮੀ ਨਾਲ ਵਿਆਹ ਕਰਵਾ ਲਵੇਗੀ ਤੇ ਮੈਨੂੰ ਇਕੱਲਾ ਛੱਡ ਦੇਵੇਗੀ। ਇਸ ਲਈ ਮੇਰੀ ਮਦਦ ਕਰ। ਇਸ ਦਾ ਰੱਬ ਤੈਨੂੰ ਫਲ ਦੇਵੇਗਾ।
ਨੌਕਰਾਣੀ ਨੂੰ ਸ਼ਾਇਦ ਮੇਰੇ 'ਤੇ ਤਰਸ ਆ ਗਿਆ ਸੀ ਤੇ ਉਸ ਨੂੰ ਕੁਝ ਪੈਸਿਆਂ ਦੀ ਵੀ ਲੋੜ ਸੀ। ਇਸ ਲਈ ਉਹ ਮੰਨ ਕੇ ਆਪਣੇ ਹੱਥਾਂ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਮੈਂ ਨੌਕਰਾਣੀ ਨੂੰ ਦੇ ਦਿੱਤੀਆਂ ਤੇ ਕਿਹਾ ਕਿ ਇਸ ਤੋਂ ਬਾਅਦ ਵੀ ਤੁਸੀਂ ਜੋ ਰਕਮ ਮੰਗੋਗੇ ਮੈਂ ਤੁਹਾਨੂੰ ਦੇ ਦੇਵਾਂਗੀ, ਬਸ ਮੇਰੀ ਮਦਦ ਕਰੋ। ਉਹ ਖੁਸ਼ ਹੋ ਗਈ। ਉਸਨੇ ਮੈਨੂੰ ਆਟੋ ਵਿੱਚ ਬਿਠਾ ਲਿਆ ਅਤੇ ਸਿੱਧਾ ਅਸ਼ੋਕ ਕੋਲ ਲੈ ਗਈ। ਮੇਰਾ ਅਜੇ ਵੀ ਮੇਰੀਆਂ ਯਾਦਾਂ ਵਿੱਚ ਤੜਫ ਰਿਹਾ ਸੀ ਅਤੇ ਮੇਰੀ ਯਾਦ ਵਿੱਚ ਉਹ ਅੱਧਾ ਹੋ ਗਿਆ ਸੀ। ਉਹ ਮੈਨੂੰ ਦੇਖ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕਿ ਤੂੰ ਮੈਨੂੰ ਦੱਸੇ ਬਿਨਾਂ ਕਿੱਥੇ ਚਲੀ ਗਈ ਸੀ? ਮੈਥੋਂ ਕੀ ਗਲਤੀ ਹੋ ਗਈ ਕਿ ਤੂੰ ਮੈਨੂੰ ਛੱਡ ਕੇ ਚਲੀ ਗਈ? ਮੈਂ ਕਿਹਾ, ਮੈਨੂੰ ਮਾਫ਼ ਕਰ ਦਿਓ। ਤੁਹਾਡੀ ਖਾਸ ਨੌਕਰਾਣੀ ਨੇ ਮੈਨੂੰ ਕਿਹਾ ਕਿ ਤੁਸੀਂ ਕੁੜੀਆਂ ਨੂੰ ਵਰਤਦੇ ਹੋ ਅਤੇ ਫਿਰ ਉਸ ਨੂੰ ਮਾਰ ਦਿੰਦੇ ਹੋ। ਉਸਨੇ ਮੈਨੂੰ ਮੇਰੇ ਵਰਗੇ ਪੁਤਲੇ ਵੀ ਵਿਖਾਏ ਜੋ ਉਸਨੇ ਮੇਰੇ ਬਿਸਤਰੇ ਦੇ ਹੇਠਾਂ ਰੱਖੇ ਹੋਏ ਸੀ। ਮੈਨੂੰ ਅਸ਼ੋਕ ਨੂੰ ਸਾਰੀ ਗੱਲ ਦੱਸੀ। ਜਦੋਂ ਨੌਕਰਾਣੀ ਦੀ ਤਲਾਸ਼ੀ ਲਈ ਗਈ ਤਾਂ ਉਹ ਘਰ ਵਿੱਚ ਕਿਤੇ ਨਹੀਂ ਸੀ। ਅਸ਼ੋਕ ਨੂੰ ਕੁਝ ਪਤਾ ਨਹੀਂ ਸੀ। ਜਦੋਂ ਮੈਂ ਘਰੋਂ ਨਿਕਲੀ, ਨੌਕਰਾਣੀ ਨੇ ਖੁਦ ਅਸ਼ੋਕ ਨੂੰ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਕੋਲ ਚਲੀ ਗਈ ਹੈ। ਉਸਨੇ ਅਸ਼ੋਕ ਨੂੰ ਕਿਹਾ ਕਿ ਤੇਰੀ ਪਤਨੀ ਕਦੇ ਵਾਪਸ ਨਹੀਂ ਆਵੇਗੀ। ਉਹ ਇਹ ਕਹਿ ਕੇ ਚਲੀ ਗਈ ਕਿ ਉਹ ਕਦੀ ਵਾਪਸ ਨਹੀਂ ਆਵੇਗੀ। ਮੈਂ ਅਸ਼ੋਕ ਨੂੰ ਕਿਹਾ, ਮੈਂ ਡਰ ਗਈ ਸੀ, ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਡੇ 'ਤੇ ਭਰੋਸਾ ਨਹੀਂ ਕੀਤਾ ਤੇ ਇੱਕ ਗਲਤ ਵਿਅਕਤੀ 'ਤੇ ਭਰੋਸਾ ਕੀਤਾ, ਜਿਸ ਵਿੱਚ ਲੜਕੀ ਦੇ ਮਾਪਿਆਂ ਨੇ ਉਸ ਨੂੰ ਆਪਣੇ ਮਕਸਦ ਲਈ ਵਰਤਿਆ ਹੈ ਤੇ ਉਸ ਨੂੰ ਸੁੱਟ ਦਿੱਤਾ। ਹੁਣ ਮੈਂ ਕਿਸੇ ਤੋਂ ਭਰੋਸਾ ਨਹੀਂ ਕਰਦੀ। ਮੈਂ ਕਿਹਾ ਕਿ ਮੇਰੀ ਮਾਂ ਤੇ ਤੁਹਾਡੇ ਪਿਤਾ ਜੀ ਨੇ ਸਾਨੂੰ ਵੱਖ ਕਰਨ ਦੀ ਯੋਜਨਾ ਬਣਾਈ। ਦੋਵੇਂ ਇੱਕ ਦੂਜੇ ਨਾਲ ਰਲੇ ਹੋਏ ਹਨ। ਤੁਹਾਡੇ ਪਿਤਾ ਮੇਰੇ ਵਰਗੀ ਅਪਾਹਿਜ ਕੁੜੀ ਨੂੰ ਆਪਣੀ ਨੂੰਹ ਵਜੋਂ ਸਵੀਕਾਰ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਅਜਿਹੀ ਨੂੰਹ ਨਹੀਂ ਚਾਹੀਦੀ। ਉਹਨਾਂ ਨੂੰ ਅਜਿਹੀ ਨੂੰਹ ਚਾਹੀਦੀ ਹੈ ਜੋ ਤੁਹਾਡੇ ਨਾਲ ਕਦਮ ਮਿਲਾ ਕੇ ਚੱਲੇ ਅਤੇ ਜਿਸ ਵਿੱਚ ਕੋਈ ਕਮੀ ਨਾ ਹੋਵੇ। ਉਹ ਮੇਰੀ ਮਾਂ ਨਾਲ ਇੱਕ ਸ਼ਰਤ 'ਤੇ ਵਿਆਹ ਕਰਨਾ ਚਾਹੁੰਦਾ ਹੈ ਕਿ ਉਹ ਪਹਿਲਾਂ ਮੈਨੂੰ ਤਲਾਕ ਕਰਵਾਏਗੀ। ਸਾਰਾ ਸੱਚ ਜਾਣ ਕੇ ਅਸ਼ੋਕ ਹੈਰਾਨ ਰਹਿ ਗਏ। ਉਹ ਕਹਿਣ ਲੱਗਾ ਕਿ ਮੇਰੇ ਪਿਤਾ ਨੂੰ ਸ਼ੁਰੂ ਤੋਂ ਹੀ ਮੈਂ ਪਸੰਦ ਨਹੀਂ ਕਰਦਾ, ਇਸ ਲਈ ਮੈਂ ਆਪਣੇ ਪਿਤਾ ਤੋਂ ਦੂਰ ਰਹਿੰਦਾ ਹਾਂ। ਮੈਂ ਉਹਨਾਂ ਦੀਆਂ ਇਹਨਾਂ ਆਦਤਾਂ ਤੋਂ ਪਰੇਸ਼ਾਨ ਹਾਂ। ਉਹ ਹਰ ਖੂਬਸੂਰਤ ਔਰਤ ਨੂੰ ਆਪਣੇ ਪੈਸਿਆਂ ਨਾਲ ਪਿਆਰ ਦੇ ਸੁਪਨੇ ਦਿਖਾਉਂਦਾ ਹੈ ਅਤੇ ਜਲਦੀ ਹੀ ਅਯਾਸ਼ੀ ਕਰਵਾਉਂਦਾ ਹੈ ਅਤੇ ਉਸ ਨੂੰ ਆਪਣਾ ਮਕਸਦ ਪੂਰਾ ਕਰਦੇ ਹਨ ਤੇ ਉਹ ਉਸ ਔਰਤ ਨੂੰ ਛੱਡ ਦਿੰਦੇ ਹਨ। ਮੈਂ ਸਮਝ ਗਈ ਸੀ ਕਿ ਅਸ਼ੋਕ ਦਾ ਕੀ ਮਤਲਬ ਹੈ। ਉਹ ਮੇਰੀ ਮਾਂ ਨੂੰ ਆਪਣੇ ਮਕਸਦ ਲਈ ਵਰਤ ਰਿਹਾ ਸੀ। ਅਸ਼ੋਕ ਨੇ ਕਿਹਾ ਕਿ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ। ਮੈਂ ਉਸ ਨੌਕਰਾਣੀ ਨੂੰ ਕੰਮ ਤੋਂ ਕੱਢ ਦਿਆਂਗਾ। ਮੇਰੇ ਪਤੀ ਨੇ ਮੇਰਾ ਹੱਥ ਫੜ ਲਿਆ। ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਅਜਿਹੇ ਲੋਕਾਂ 'ਤੇ ਕਦੀ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਜੋ ਧਨ ਦੌਲਤ ਤੇ ਲਾਲਚ ਵਿੱਚ ਸਾਡੇ ਘਰ ਤਬਾਹ ਕਰ ਦਿੰਦੇ ਹਨ। ਮੇਰੀ ਮਾਂ ਨੂੰ ਵੀ ਹੁਣ ਸਭ ਕੁਝ ਪਤਾ ਸੀ। ਉਹ ਮੇਰੇ ਘਰ ਆ ਗਈ। ਉਸ ਨੂੰ ਚਿੰਤਾ ਸੀ ਕਿ ਜੇਕਰ ਮੈਂ ਆਕਾਸ਼ ਨਾਲ ਰਹਿਣ ਲੱਗ ਗਈ, ਪਤਾ ਨਹੀਂ ਉਹ ਪੈਸੇ ਗਵਾ ਦੇਵੇਗੀ। ਅਸਲ ਵਿੱਚ ਉਹ ਕਿਸੇ ਨੂੰ ਪਿਆਰ ਨਹੀਂ ਕਰਦੀ ਸੀ। ਉਹ ਸਿਰਫ ਦੌਲਤ ਦੀ ਭੁੱਖੀ ਸੀ। ਉਸਨੇ ਕਿਹਾ, ਤੂੰ ਮੇਰੀ ਧੀ ਹੈ, ਮੇਰੇ ਨਾਲ ਚੱਲ, ਮੈਂ ਤੇਰਾ ਇਲਾਜ ਕਰਵਾਵਾਂਗੀ। ਇਹ ਬੰਦਾ ਚੰਗਾ ਨਹੀਂ, ਤੇਰੀ ਜਾਨ ਲੈ ਲਵੇਗਾ। ਮੈਂ ਤੁਹਾਨੂੰ ਇਸ ਆਦਮੀ ਤੋਂ ਤਲਾਕ ਦਵਾ ਦੇਵਾਂਗੀ। ਮੈਂ ਕਿਹਾ, ਮੈਂ ਤੇਰਾ ਅਸਲੀ ਚਿਹਰਾ ਦੇਖ ਚੁੱਕੀ ਹਾਂ। ਮੈਂ ਤੁਹਾਡੇ 'ਤੇ ਭਰੋਸਾ ਕੀਤਾ। ਮੈਂ ਮੂਰਖ ਸੀ। ਮੈਨੂੰ ਸਮਝਣਾ ਚਾਹੀਦਾ ਸੀ ਕਿ ਤੁਸੀਂ ਭਰੋਸੇ ਦੇ ਲਾਇਕ ਹੀ ਨਹੀਂ ਹੋ। ਉਸਨੇ ਕਿਹਾ, ਤੂੰ ਕੀ ਕਹਿ ਰਹੀ ਹੈ? ਮੈਂ ਤੇਰਾ ਇਲਾਜ ਕਰਵਾਉਣਾ ਚਾਹੁੰਦੀ ਹਾਂ ਤਾਂ ਮੈਨੂੰ ਮਾਫ਼ ਕਰ ਦਿੱਤਾ। ਤੂੰ ਤਾਂ ਮੈਨੂੰ ਮਾਫ਼ ਕਰ ਦਿੱਤਾ ਸੀ। ਮੈਂ ਕਿਹਾ, ਮੈਂ ਉਸ ਰਾਤ ਜੋ ਤੁਸੀਂ ਉਸ ਆਦਮੀ ਨਾਲ ਗੱਲਾਂ ਕਰ ਰਹੇ ਸੀ ਉਹ ਸਭ ਕੁਝ ਸੁਣ ਲਿਆ। ਜੇਕਰ ਤੁਸੀਂ ਹੁਣ ਮੇਰੇ 'ਤੇ ਕੋਈ ਜ਼ਬਰਦਸਤੀ ਕੀਤੀ ਤਾਂ ਮੈਂ ਤੁਹਾਨੂੰ ਪੁਲਿਸ ਦੇ ਹਵਾਲੇ ਕਰ ਦੇਵਾਂਗੀ। ਇਸ ਦਾ ਨਾਮ ਸੁਣ ਕੇ ਮਾਂ ਘਬਰਾ ਗਈ। ਮੈਂ ਕਿਹਾ, ਤੁਸੀਂ ਮਾਫ਼ ਕਰਨ ਦੇ ਲਾਇਕ ਨਹੀਂ ਹੋ। ਅਤੇ ਫਿਰ ਮੈਂ ਆਪਣੀ ਮਾਂ ਪ੍ਰਤੀ ਕੋਈ ਵਹਿਮ ਨਹੀਂ ਦਿਖਾਇਆ। ਮੈਂ ਉਸ ਨੂੰ ਕਤਲ ਕੇਸ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਮੈਂ ਪੁਲਿਸ ਨੂੰ ਦੱਸਿਆ ਕਿ ਉਹਨਾਂ ਨੇ ਮੈਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੈਂ ਇਹੋ ਜਿਹਾ ਕੋਈ ਕਦੇ ਨਹੀਂ ਕਰਨਾ ਚਾਹੁੰਦੀ ਸੀ, ਪਰ ਮੈਨੂੰ ਪਤਾ ਸੀ ਕਿ ਉਹ ਮੇਰੀ ਜ਼ਿੰਦਗੀ ਵਿੱਚ ਕਦੇ ਵੀ ਸ਼ਾਂਤੀ ਨਹੀਂ ਆਉਣ ਦੇਵੇਗੀ। ਪਰ ਪਰਮਾਤਮਾ ਦਾ ਸ਼ੁਕਰ ਹੈ, ਸਭ ਠੀਕ ਹੋ ਗਿਆ। ਆਕਾਸ਼ ਨੇ ਮੈਨੂੰ ਕਿਹਾ, ਮੈਂ ਤੁਹਾਨੂੰ ਬਹੁਤ ਲੱਭਿਆ ਪਰ ਤੂੰ ਮੈਨੂੰ ਕਿਤੇ ਨਹੀਂ ਮਿਲੀ। ਕਾਸ਼ ਤੂੰ ਮੇਰੀ ਗੱਲ 'ਤੇ ਵਿਸ਼ਵਾਸ ਕਰਦੀ। ਤੁਹਾਡੇ ਮਾਤਾ-ਪਿਤਾ ਦੋਵੇਂ ਗਲਤ ਸਨ। ਮੈਂ ਆਕਾਸ਼ ਤੋਂ ਮਾਫ਼ੀ ਮੰਗੀ ਅਤੇ ਅਸੀਂ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ।
ਮੈਂ ਆਕਾਸ਼ ਨਾਲ ਆਪਣੇ ਇਲਾਜ ਲਈ ਦੇਸ਼ ਤੋਂ ਬਾਹਰ ਆਈ। ਡਾਕਟਰ ਨੇ ਕਿਹਾ ਸੀ ਕਿ ਆਪਰੇਸ਼ਨ ਤੋਂ ਬਾਅਦ ਮੈਂ ਚੱਲਣ ਫਿਰਨ ਦੇ ਯੋਗ ਹੋ ਜਾਵਾਂਗੀ। ਕਾਸ਼ ਮੇਰੀ ਜ਼ਿੰਦਗੀ ਚੰਗੀ ਭਲੀ ਦੇਖਭਾਲ ਕਰਦਾ। ਜਿੰਨਾ ਵੀ ਮੈਂ ਰੱਬ ਦਾ ਧੰਨਵਾਦ ਕਰਾਂ ਓਨਾ ਘੱਟ ਹੈ। ਆਪਰੇਸ਼ਨ ਤੋਂ ਬਾਅਦ ਮੈਂ ਹੌਲੀ ਹੌਲੀ ਪੂਰੀ ਤਰ੍ਹਾਂ ਠੀਕ ਹੋਣ ਲੱਗੀ, ਆਪਣੇ ਪੈਰਾਂ 'ਤੇ ਚੱਲਣ ਲੱਗੀ ਅਤੇ ਉਸ ਸਮੇਂ ਅਸ਼ੋਕ ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਪਰਮਾਤਮਾ ਦਾ ਵਾਰ-ਵਾਰ ਧੰਨਵਾਦ ਕਰਦੀ ਹਾਂ ਕਿ ਮੈਨੂੰ ਇੰਨਾ ਚੰਗਾ ਹਮਸਫ਼ਰ ਮਿਲਿਆ। ਧੰਨਵਾਦ।